ਰੇਪ ਅਤੇ ਕਤਲ ਕੇਸ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਪਿਛਲੇ 14 ਮਹੀਨਿਆਂ 4 ਵਾਰੀ ਪੈਰੋਲ ਦੇ ਦਿੱਤੀ ਗਈ ਹੈ। ਗੁਰਮੀਤ ਰਾਮ ਰਹੀਮ ਜੇ ਇੱਕ ਰਿਪੀਟ ਅਫੈਂਡਰ ਜਾਂ ਹੀਨਸ ਕ੍ਰਾਈਮਸ ਦਾ ਸੀਰੀਅਲ ਅਫੈਂਡਰ ਨਹੀਂ ਹੈ ਤਾਂ ਫਿਰ ਹੋਰ ਕੌਣ ਹੈਗਾ ਅਫੈਂਡਰ। ਐਸਜੀਪੀਸੀ ਬਾਰੇ ਕੀ ਕਹੀਏ। ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦੇ ਜਿਹੜੀ ਜਥੇਬੰਦੀ 96 ਲੱਖ ਰੁਪਇਆ 1 ਕਰੋੜ ਰੁਪਏ ਦੇ ਤਾਂ ਇਸ਼ਤਿਹਾਰ ਐਸਜੀਪੀਸੀ ਵੱਲੋਂ ਛਾਪੇ ਗਏ ਸੀ ਤੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਇਨਸਾਫ ਦੀ ਗੱਲ ਕਰਨੀ ਹੈ ਜਾਂ ਫਿਰ ਉਹ ਜਿਹੜੀਆਂ ਸਾਧਵੀਆਂ ਦੇ ਨਾਲ ਬਲਾਤਕਾਰ ਹੋਇਆ, ਜਿਹੜਾ ਪੱਤਰਕਾਰ ਮਾਰਤਾ ਗਿਆ, ਜਿਹੜਾ ਡਰਾਈਵਰ ਮਾਰਤਾ ਗਿਆ, ਉਹਨਾਂ ਦੇ ਹੱਕ ਦੀ ਗੱਲ ਕਰਨੀ ਹੈ। ਇਹਦੇ ਲਈ ਬੀਜੇਪੀ ਨੇ ਤਾਂ ਕਦੇ ਕੋਈ ਕਮਿਟਮੈਂਟ ਨਹੀਂ ਦਿੱਤੀ। ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ, ਵੋਟਾਂ ਮਿਲ ਰਹੀਆਂ ਨੇ। ਰੇਪ ਅਤੇ ਕਤਲ ਕੇਸ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਪਿਛਲੇ 14 ਮਹੀਨਿਆਂ 4 ਵਾਰੀ ਪੈਰੋਲ ਦੇ ਦਿੱਤੀ ਗਈ ਹੈ। ਪੈਰੋਲ ਮਿਲਣ ਤੇ ਹੀ ਵਿਵਾਦ ਹੈ ਤੇ ਹੁਣ ਵਿਵਾਦ ਹੋਰ ਵੀ ਭੱਗ ਗਿਆ ਜਦੋਂ ਭਾਜਪਾ ਦੇ ਹੀ ਜਿਹੜੇ ਲੀਡਰ ਨੇ ਉਹ ਰਾਮ ਰਹੀਮ ਨੂੰ ਸਟੇਟ ਲੈਵਲ ਫੰਕਸ਼ਨ ਤੇ ਸੱਦਾ ਦੇ ਰਹੇ ਨੇ, ਇਨਵਾਈਟ ਕਰ ਰਹੇ ਨੇ। ਦੱਸ ਦਈਏ ਕਿ ਰਾਮ ਰਹੀਮ ਨੂੰ 2 ਕੇਸਾਂ ਦੇ ਅੰਦਰ ਜਿਹੜੀ ਹੈ ਸਜ਼ਾ ਹੋ ਚੁੱਕੀ ਹੈ, ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਅੱਜ ਦੇ ਇਸ ਐਪੀਸੋਡ ਦੇ ਅੰਦਰ ਇਸ ਵਿਸ਼ੇ ਉੱਤੇ ਗੱਲਬਾਤ ਕਰਾਂਗੇ, ਇਸ ਚੀਜ਼ ਨੂੰ ਐਡਰੈਸ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ ਤੇ ਮੇਰੇ ਨਾਲ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ਿਵ ਜੀ। ਰਿਤੇਸ਼ ਜੀ, ਇੱਕ ਰੇਪਿਸਟ ਤੇ ਕਤਲ ਦੇ ਕੇਸ ਸਜ਼ਾ ਹੋਣੀ ਬਹੁਤ ਵੱਡੀ ਗੱਲ ਹੈ। ਜੁਡੀਸ਼ੀਅਲ ਪ੍ਰੋਸੈਸ ਸੀ, ਪਹਿਲਾਂ ਬਹੁਤ ਸਾਰੇ ਕੇਸ ਚੱਲਦੇ ਰਹੇ, ਫਿਰ ਸਜ਼ਾ ਹੋਈ, ਐਵੀਡੈਂਸ ਵੀ ਡਿਸਟਰੋਏ ਕੀਤੇ ਗਏ ਤੇ ਹੁਣ ਜਦੋਂ ਸਿਆਸਤਦਾਨ ਇਹ ਜਿਹੇ ਬੰਦੇ ਦੇ ਦਰ ਤੇ ਜਾਂਦੇ ਨੇ ਤੇ ਸਟੇਟ ਲੈਵਲ ਫੰਕਸ਼ਨਸ ਨੂੰ ਇਨਵਾਈਟ ਕਰਦੇ ਨੇ, ਇਹਨੂੰ ਕਿਵੇਂ ਦੇਖਿਆ ਜਾਵੇ। ਨਾਲ ਦੀ ਨਾਲ ਪੈਰੋਲ ਵੀ ਜਿਹੜੀ ਹੈ 4 ਵਾਰੀ ਦੇ ਦਿੱਤੀ ਗਈ ਹੈ। ਦੇਖੋ ਸ਼ੁਭ, ਇਹਦੇ ਚ ਇੱਕ ਮਸਲਾ ਬੜਾ ਕਲੀਅਰ ਹੈ ਕਿ ਪੈਰੋਲ ਤੇ ਫਰਲੋ ਦਾ ਸਿਲਸਿਲਾ ਸ਼ੁਰੂ ਹੋਇਆ ਸੀ 2022 ਸਾਲ ਦੇ ਵਿੱਚ। 7 ਫਰਵਰੀ ਨੂੰ ਪਹਿਲੀ ਵਾਰ ਗੁਰਮੀਤ ਰਾਮ ਰਹੀਮ ਫਰਲੋ ਉਹਨਾਂ ਨੂੰ ਦਿੱਤੀ ਜਾਂਦੀ ਹੈ। ਇਸ ਮੁਤਾਬਕ ਹਾਈ ਕੋਰਟ ਦੇ ਵਿੱਚ ਇੱਕ ਕੇਸ ਚੱਲਿਆ। ਹਾਈ ਕੋਰਟ ਦੇ ਵਿੱਚ ਕੇਸ ਦੌਰਾਨ ਵਿਰੋਧ ਵੀ ਕੀਤਾ ਗਿਆ। ਕੁਝ ਪਟੀਸ਼ਨਰਸ ਵੱਲੋਂ ਗੁਰਮੀਤ ਰਾਮ ਰਹੀਮ ਦਾ ਵਿਰੋਧ ਕੀਤਾ ਗਿਆ ਕਿ ਇਹਨਾਂ ਨੂੰ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਉਹ ਅਜਿਹਾ ਹੀ ਇੰਪੋਰਟੈਂਟ ਕੋਰਟ ਦੀ ਪ੍ਰੋਸੀਡਿੰਗ ਸੀ ਜਿਸ ਵਿੱਚ ਕਿ ਪੰਜਾਬ ਦਾ ਪੱਖ ਕਹਿ ਲਈਏ ਜਾਂ ਸਟੇਟ ਦਾ ਪੱਖ, ਕਿਉਂਕਿ ਸਟੇਟ ਦੇ ਵੱਲੋਂ ਅਪੀਅਰ ਕਿਸਨੇ ਹੋਣਾ ਸੀ, ਇਤਰਾਜ਼ ਕਿਸਨੇ ਕਰਨਾ ਸੀ। ਕੋਰਟ ਦੀ ਜਿਹੜੀ ਫਾਈਨਲ ਜਜਮੈਂਟ ਆਈ ਉਸ ਦੇ ਵਿੱਚ ਇਹ ਲਿਖਤਾ ਗਿਆ ਕਿ ਗੁਰਮੀਤ ਰਾਮ ਰਹੀਮ ਹੀਨਸ ਕ੍ਰਾਈਮਸ ਦੇ ਵਿੱਚ ਇਨਵੋਲਵ ਨਹੀਂ ਹੈ। ਉਹ ਯਾਨੀ ਕਿ ਉਸ ਤਰੀਕੇ ਦਾ ਕੋਈ ਖਤਰਨਾਕ ਕ੍ਰਾਈਮ ਕਰਨ ਵਾਲਾ ਮੁਜਰਮ ਨਹੀਂ ਹੈ, ਦੋਸ਼ੀ ਨਹੀਂ ਹੈ। ਹੁਣ ਇਹ ਜਿਹੜਾ ਆਰਡਰ ਜਦੋਂ ਆ ਜਾਂਦਾ ਹੈ, ਇਸ ਤੋਂ ਬਾਅਦ ਇੱਕ ਰਾਹ ਖੁੱਲ ਜਾਂਦਾ ਹੈ ਤੇ ਉਸ ਤੋਂ ਬਾਅਦ ਬੈਕ ਟੂ ਬੈਕ ਆਪਾਂ ਦੇਖਿਆ ਵੀ ਕਿੰਨੀ ਵਾਰ ਉਸਨੂੰ ਫਰਲੋ ਜਾਂ ਪੈਰੋਲ ਜਿਹੜੀ ਹੈ ਉਹ ਦਿੱਤੀ ਗਈ। ਸੋ ਸਵਾਲ ਇਹ ਸੀ ਵੀ ਉਸ ਵਕਤ ਅਦਾਲਤ ਦੇ ਵਿੱਚ ਇੱਕ ਪਾਸੇ ਹੋ ਕੀ ਰਿਹਾ ਸੀ। ਤੁਸੀਂ ਦੇਖੋ ਕਿ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਹੜੀਆਂ ਸਿੱਟਾਂ ਸੀਗੀਆਂ ਉਹ ਇੱਕ ਤੋਂ ਬਾਅਦ ਇੱਕ ਕੇਸ ਰਜਿਸਟਰ ਕਰ ਰਹੀਆਂ ਸੀ। ਇਨਫੈਕਟ ਕੁਝ ਹੀ ਹਫ਼ਤੇ ਜਾਂ ਮਹੀਨਿਆਂ ਦੇ ਵਕਫੇ ਦੇ ਗੈਪ ਦੇ ਵਿੱਚ ਹੀ ਗੁਰਮੀਤ ਰਾਮ ਰਹੀਮ ਨੂੰ ਇੱਕ ਮੇਨ ਜਿਹੜਾ ਕਨਸਪੀਰੇਟਰ ਬੇਅਦਬੀ ਦੇ ਕੇਸਾਂ ਦਾ ਬਣਾਤਾ ਗਿਆ ਸੀ। ਉਸ ਤੋਂ ਪਹਿਲਾਂ 2 ਸਾਧਵੀਆਂ ਦੇ ਬਲਾਤਕਾਰ ਕੇਸ ਦੇ ਵਿੱਚ 20 ਸਾਲ ਦੀ ਉਸਨੂੰ ਸਜ਼ਾ ਹੋ ਰੱਖੀ ਹੈ। ਰਣਜੀਤ ਸਿੰਘ ਜਿਹੜਾ ਉਸਦਾ ਡਰਾਈਵਰ ਮਾਰਿਆ ਗਿਆ ਸੀ ਉਸ ਦੇ ਕੇਸ ਵਿੱਚ ਉਸਨੂੰ ਸਜ਼ਾ ਹੋ ਰੱਖੀ ਹੈ। ਪੱਤਰਕਾਰ ਰਾਮਚੰਦਰ ਛਤਰਪਤੀ ਦੇ ਹੱਤਿਆਕਾਂਡ ਦੇ ਵਿੱਚ ਉਸਨੂੰ ਸਜ਼ਾ ਹੋ ਰੱਖੀ ਹੈ। ਸੋ ਕਤਲ ਦੇ ਕੇਸਾਂ ਦੇ ਵਿੱਚ, ਬਲਾਤਕਾਰ ਦੇ ਕੇਸਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੋਵੇ ਅਦਾਲਤ ਵੱਲੋਂ ਤੇ ਬੇਅਦਬੀ ਦੇ ਕੇਸਾਂ ਦੇ ਵਿੱਚ ਉਸਨੂੰ ਇੱਕ ਮੁੱਖ ਮੁਲਜ਼ਮ ਜਾਂ ਮਾਸਟਰਮਾਈਂਡ ਕਿਹਾ ਜਾ ਰਿਹਾ ਹੋਵੇ। ਇਸ ਦੇ ਬਾਵਜੂਦ ਅਦਾਲਤ ਦੇ ਵਿੱਚ ਕੋਈ ਅਜਿਹੀ ਕੋਸ਼ਿਸ਼ ਮੈਂ ਤਾਂ ਕਹਾਂਗਾ ਪੰਜਾਬ ਸਰਕਾਰ ਵੱਲੋਂ ਵੀ ਨਹੀਂ ਕੀਤੀ ਗਈ, ਵਕੀਲਾਂ ਵੱਲੋਂ ਵੀ ਨਹੀਂ ਕੀਤੀ ਗਈ ਤੇ ਇਸ ਕੇਸ ਦੇ ਵਿੱਚ ਜ਼ਿਆਦਾਤਰ ਇਤਰਾਜ਼ ਤਾਂ ਸੀਬੀਆਈ ਨੂੰ ਹੋਣਾ ਚਾਹੀਦਾ ਸੀਗਾ, ਕਿਉਂਕਿ ਇਹ ਸਾਰੇ ਦੇ ਸਾਰੇ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ ਸੀਬੀਆਈ ਨੇ ਕੀਤੀ ਤੇ ਸੀਬੀਆਈ ਨੇ ਨੋ ਡਾਊਟ ਬਹੁਤ ਅੱਛੀ ਇਨਵੈਸਟੀਗੇਸ਼ਨ ਕੀਤੀ। ਸਾਧਵੀ ਦੇ ਕੇਸਾਂ ਦੇ ਵਿੱਚ, ਰਾਮਚੰਦਰ ਛਤਰਪਤੀ ਦੇ ਕੇਸ ਦੇ ਵਿੱਚ, ਜਿਹੜਾ ਡੇਰੇ ਸੱਚੇ ਸੌਦੇ ਦਾ ਇੱਕ ਮੈਨੇਜਰ ਤੇ ਡਰਾਈਵਰ ਸੀ ਰਣਜੀਤ ਸਿੰਘ, ਉਸ ਦੇ ਮਰਡਰ ਕੇਸ ਦੇ ਵਿੱਚ ਸੀਬੀਆਈ ਦੀ ਇਨਵੈਸਟੀਗੇਸ਼ਨ ਲਾ ਮਿਸਾਲ ਸੀ ਤੇ ਤਾਂ ਹੀ ਕਰਕੇ ਇਸ ਤੋਂ ਸਜ਼ਾਵਾਂ ਹੋਈਆਂ। ਲੇਕਿਨ ਅਦਾਲਤ ਦੇ ਵਿੱਚ ਜਦੋਂ ਫਰਲੋ ਤੇ ਪੈਰੋਲ ਨੂੰ ਚੈਲੰਜ ਕਰਨ ਦੀ ਗੱਲ ਆਈ, ਸਰਕਾਰਾਂ ਨੇ ਆਪਣਾ ਪੱਖ, ਸਟੇਟ ਨੇ ਆਪਣਾ ਪੱਖ ਰੱਖਣਾ ਸੀ। ਉਹਦੇ ਵਿੱਚ ਇੱਕ ਸਰਕਾਰ ਤੇ ਉਹਦੇ ਵਿੱਚ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ, ਸੀਬੀਆਈ ਦੀ ਜ਼ਿੰਮੇਵਾਰੀ ਬਣਦੀ ਸੀ। ਤੇ ਜੇ ਸੀਬੀਆਈ ਜਾਂ ਸੈਂਟਰ ਸਰਕਾਰ ਐਡੀ ਇੰਟਰਸਟਿਡ ਨਹੀਂ ਸੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਸਖਤੀ ਕਰਨ ਲਈ ਤਾਂ ਫਿਰ ਉਸ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਹੱਕ ਵੀ ਬਣਦਾ ਸੀ, ਇਹਨਾਂ ਕੋਲ ਕਾਰਨ ਵੀ ਸੀ, ਇਹਨਾਂ ਕੋਲ ਅਲੱਗ-ਅਲੱਗ ਅਜਿਹੇ ਪੈਂਡਿੰਗ ਲਾਈਵ ਇਨਵੈਸਟੀਗੇਸ਼ਨ ਹੈਗੀਆਂ ਨੇ ਜਿੱਥੇ ਗੁਰਮੀਤ ਰਾਮ ਰਹੀਮ ਤੇ ਉਸਦੇ ਨਾਲ ਉਸਦੇ ਚੇਲੇ, ਉਸਦੇ ਸਮਰਥਕ ਜਿਹੜੇ ਲੋਕ ਹੈਗੇ ਨੇ ਉਹ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਵੋਲਵ ਹੈਗੇ ਨੇ। ਆਪਾਂ ਵੇਖਿਆ ਉਹ ਪੂਰੀ ਦੀ ਪੂਰੀ ਕਾਰਵਾਈ ਵੀ ਚੱਲਦੀ ਪਈ ਹੈ। ਸੋ ਉਸ ਵਕਤ ਕਿਸੇ ਨੇ ਅਪੋਜ਼ ਨਹੀਂ ਕੀਤਾ। ਤੇ ਦੇਖੋ ਹੁਣ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਗੁਰਮੀਤ ਰਾਮ ਰਹੀਮ ਜੇ ਇੱਕ ਰਿਪੀਟ ਅਫੈਂਡਰ ਜਾਂ ਹੀਨਸ ਕ੍ਰਾਈਮਸ ਦਾ ਸੀਰੀਅਲ ਅਫੈਂਡਰ ਨਹੀਂ ਹੈ ਤਾਂ ਫਿਰ ਹੋਰ ਕੌਣ ਹੈਗਾ ਅਫੈਂਡਰ। ਫਿਰ ਆਪਾਂ ਉਸ ਕੈਟੇਗਰੀ 'ਚ ਕਿਸ ਨੂੰ ਸ਼ਾਮਲ ਕਰਾਂਗੇ। ਇੱਕ ਸ਼ਖਸ ਜਿਸ ਨੂੰ ਕਿ 2 ਹੱਤਿਆਵਾਂ ਦੇ ਕੇਸ ਦੇ ਵਿੱਚ ਸਜ਼ਾਵਾਂ ਸੁਣਾਈਆਂ ਗਈਆਂ ਹੁਣ, ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਬੈਠਾ ਹੋਵੇ, ਜੇ ਉਹ ਰਿਪੀਟ ਅਫੈਂਡਰ ਨਹੀਂ ਹੈ, ਬਾਹਰ ਆ ਕੇ ਉਹ ਹੁਣ ਆਪਣੇ ਸਤਸੰਗ ਵੀ ਕਰ ਰਿਹਾ ਹੈ, ਉਹ ਲੋਕਾਂ ਦੇ ਨਾਲ ਪਬਲਿਕ
ਮੀਟਿੰਗਸ ਵੀ ਕਰ ਰਿਹਾ ਹੈ, ਸੋਸ਼ਲ ਗੈਦਰਿੰਗਸ ਵੀ ਕਰ ਰਿਹਾ ਹੈ, ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਜੁੜ ਰਿਹਾ ਹੈ। ਉਹਦੀ ਫਰਲੋ ਜਾਂ ਉਸਦੀ ਪੈਰੋਲ ਦੇ ਉੱਤੇ ਮੈਨੂੰ ਪਤਾ ਨਹੀਂ ਕਿਹੜੀਆਂ ਕੰਡੀਸ਼ਨਾਂ ਲਾਗੂ ਹੁੰਦੀਆਂ ਨੇ, ਤੇ ਇਸ ਦੌਰਾਨ ਜਿਹੜੇ ਸਿਆਸੀ ਲੀਡਰ ਹੈਗੇ ਨੇ ਉਹ ਨਤਮਸਤਕ ਹੋ ਰਹੇ ਨੇ। ਜਿੱਥੇ ਤੱਕ ਗੱਲ ਰਹੀ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੀ ਲੀਡਰਸ਼ਿਪ ਦੀ, ਦੇਖੋ ਭਾਰਤੀ ਜਨਤਾ ਪਾਰਟੀ 2014 ਦੇ ਵਿੱਚ ਦੇਸ਼ ਦੇ ਵਿੱਚ ਸੱਤਾ ਦੇ ਵਿੱਚ ਆਂਦੀ ਹੈ, ਤੇ ਕੁਝ ਹੀ ਮਹੀਨੇ ਬਾਅਦ ਇਲੈਕਸ਼ਨ ਸੀ ਹਰਿਆਣੇ ਦੀ ਅਸੈਂਬਲੀ ਦਾ। ਸੋ ਹਰਿਆਣੇ ਦੀ ਅਸੈਂਬਲੀ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਸਾਹਮਣੇ ਜਾ ਕੇ ਪੂਰੀ ਦੀ ਪੂਰੀ ਬੀਜੇਪੀ ਦੀ ਜਿਹੜੀ ਟੌਪ ਲੀਡਰਸ਼ਿਪ ਸੀ ਉਹ ਨਤਮਸਤਕ ਹੋਈ। ਉਸ ਦੇ ਵਿੱਚ ਉਸ ਵਕਤ ਜਿਹੜੇ ਲੀਡਰ ਸੀ ਕੈਲਾਸ਼ ਵਿਜੇ ਵਰਗੀਆ, ਜਿਨ੍ਹਾਂ ਕੋਲ ਜ਼ਿੰਮੇਵਾਰੀ ਸੀ ਹਰਿਆਣਾ ਦੇ ਅਫੇਅਰਸ ਦੀ, ਉਹਨਾਂ ਨੇ ਜਾ ਕੇ ਮੁਲਾਕਾਤਾਂ ਕੀਤੀਆਂ। ਜਿੰਨੇ ਵੀ ਬੀਜੇਪੀ ਦੇ ਲੀਡਰ ਹੈਗੇ ਨੇ ਇਸ ਵਕਤ ਦੇ, ਉਹ ਸਾਰੇ ਦੇ ਸਾਰੇ ਮੈਂ ਤਾਂ ਕਹਾਂਗਾ ਕਿ ਗੁਰਮੀਤ ਰਾਮ ਰਹੀਮ ਦੇ ਜਾਂ ਤਾਂ ਕਹਿੰਦੇ ਕਿ ਅਹਿਸਾਨਾਂ ਦੇ ਬੋਝ ਦੇ ਤਲੇ ਦਬੇ ਹੋਏ ਨੇ, ਕਿ ਉਹਨਾਂ ਦੀ ਮਜਬੂਰੀ ਹੈ ਕਿ ਉਸ ਦੇ ਡੇਰੇ ਵਿੱਚ ਜਾਣਾ, ਕਿਉਂਕਿ ਹਰਿਆਣੇ ਦੇ ਕਈ ਜ਼ਿਲ੍ਹੇ ਹੈਗੇ ਨੇ, ਸਿਰਸਾ, ਫਤਿਹਾਬਾਦ, ਹਿਸਾਰ, ਇਹਨਾਂ ਇਲਾਕਿਆਂ ਦੇ ਵਿੱਚ ਇਲੈਕਸ਼ਨ ਲੜਨਾ ਜਿਹੜਾ ਹੈਗਾ, ਉਸ ਇਲੈਕਸ਼ਨ ਲੜਨ ਲਈ ਗੁਰਮੀਤ ਰਾਮ ਰਹੀਮ ਦੀ ਜਿਹੜੀ ਡੇਰੇ ਦੀਆਂ ਵੋਟਾਂ ਨੇ ਉਹ ਚਾਹੀਦੀਆਂ ਹੁੰਦੀਆਂ ਨੇ। ਸੋ ਆਪਣੇ ਸਿਆਸੀ ਮਕਸਦ ਨੂੰ ਪੂਰਾ ਕਰ ਰਹੀਆਂ ਨੇ ਪੋਲੀਟੀਕਲ ਪਾਰਟੀਆਂ, ਲੇਕਿਨ ਜਿਹੜੀ ਵਿਰੋਧਤਾ ਤੱਕ ਉਹ ਲੜਾਈ ਤਾਂ ਅਦਾਲਤਾਂ ਦੇ ਵਿੱਚ ਲੜੀ ਜਾਂਦੀ ਹੈ। ਫਾਈਨਲੀ ਤੁਸੀਂ ਕੇਸ ਬਣਾਤੇ, ਮੁਕੱਦਮੇ ਕਰਤੇ ਤੇ ਸਜ਼ਾਵਾਂ ਵੀ ਦਵਾਤੀਆਂ, ਲੇਕਿਨ ਅਦਾਲਤਾਂ 'ਚ ਤੁਹਾਡੇ ਤੋਂ ਵਿਰੋਧ ਨਹੀਂ ਹੋਇਆ। ਤੇ ਪੰਜਾਬ ਦੇ ਵਿੱਚ ਆਪਾਂ ਕੀ ਮਿਸਾਲ ਲਈਏ, ਪੰਜਾਬ ਦੇ ਜਿਹੜੇ ਮੌਜੂਦਾ ਐਡਵੋਕੇਟ ਜਨਰਲ ਸਾਹਿਬ ਹੈਗੇ ਨੇ, ਉਹ ਖੁਦ ਗੁਰਮੀਤ ਰਾਮ ਰਹੀਮ ਦੇ ਕੇਸ ਦੇ ਵਿੱਚ ਬਚਾਅ ਪੱਖ ਦੇ ਵਕੀਲ ਬਣ ਕੇ ਪੇਸ਼ ਹੁੰਦੇ ਰਹੇ ਨੇ। ਇਸ ਚੀਜ਼ ਦਾ ਇਤਰਾਜ਼ ਉਸ ਵਕਤ ਉੱਠਿਆ ਵੀ ਸੀਗਾ ਵੀ ਤੁਸੀਂ ਉਹ ਜਿਹੜਾ ਵਕੀਲ, ਹਾਲਾਂਕਿ ਦੇਖੋ ਵਕੀਲ ਇੱਕ ਪ੍ਰੋਫੈਸ਼ਨਲ ਇੱਕ ਪ੍ਰੋਫੈਸ਼ਨ ਹੈ, ਇੱਕ ਵਕੀਲ ਕਿਸੇ ਦਾ ਵੀ ਕੇਸ ਕਦੋਂ ਵੀ ਲੜ ਸਕਦਾ ਹੈ, ਲੇਕਿਨ ਕਨਫਲਿਕਟ ਆਫ ਇੰਟਰਸਟ ਕੀ ਚੀਜ਼ ਹੁੰਦਾ ਹੈ, ਉਹ ਕਲੈਸ਼ ਕਿੱਥੇ ਆਉਂਦਾ ਹੈ, ਕਿਉਂਕਿ ਬੜੇ ਵੱਡੇ ਸੈਂਸਿਟਿਵ ਕੇਸਿਸ ਨੇ। ਤੇ ਪੰਜਾਬ ਦੇ ਵਿੱਚ ਹੋਇਆ ਕਿ 4.5 ਸਾਲਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੇਅਦਬੀ ਦੇ ਕੇਸਾਂ ਦੇ ਉੱਤੇ ਡਿਫਾਲਟ ਕੀਤੇ। ਅਦਾਲਤਾਂ ਦੇ ਵਿੱਚ ਇਹਨਾਂ ਦੇ ਵਕੀਲ ਨਹੀਂ ਢੰਗ ਨਾਲ ਪੇਸ਼ ਹੋ ਪਾਏ, ਕੇਸਾਂ ਦੀ ਪੈਰਵੀ ਨਹੀਂ ਕਰ ਪਾਏ, ਇਹਨਾਂ ਦੀਆਂ ਸਿੱਟਾਂ ਤੁੜਵਾਤੀਆਂ, ਰਣਬੀਰ ਖੱਟੜੇ ਦੀ ਸਿੱਟ ਤੁੜਵਾਤੀ, ਕੁੰਵਰ ਵਿਜੇ ਪ੍ਰਤਾਪ ਦੀ ਰਿੱਟ ਤੁੜਵਾਤੀ। ਜਿਹੜੇ ਮੁਲਜ਼ਮ ਸੀਗੇ ਇਹਨਾਂ ਨੂੰ ਤਾਂ ਸੀਬੀਆਈ ਤੋਂ ਕੇਸ ਲੈਣ ਲਈ ਆਪਣੇ ਹੱਥ ਵਿੱਚ 2-2 ਸਾਲ ਅਦਾਲਤਾਂ 'ਚ ਲੜਾਈਆਂ ਲੜਦੀਆਂ ਪਈਆਂ। ਸੋ ਢਿੱਲੀ ਪੈਰਵੀ ਕਰਕੇ ਜਿਹੜੀਆਂ ਸਰਕਾਰਾਂ ਇੱਕ ਤੋਂ ਬਾਅਦ ਇੱਕ ਡਿਫਾਲਟ ਕਰਦੀਆਂ ਜਾ ਰਹੀਆਂ, ਮੈਂ ਸਾਰੀ ਪਾਰਟੀਆਂ ਦੀ ਗੱਲ ਕਰ ਰਿਹਾ ਤੇ ਖਾਸ ਕਰਕੇ ਕਾਂਗਰਸ ਦੀ ਗੱਲ ਹੋ ਰਹੀ ਹੈ। ਇਸ ਵਕਤ ਆਮ ਆਦਮੀ ਪਾਰਟੀ ਸਰਕਾਰ ਵੀ ਕੋਈ ਜ਼ਿਆਦਾ ਸੀਰੀਅਸ ਨਜ਼ਰ ਨਹੀਂ ਆਈ ਕਿ ਗੁਰਮੀਤ ਰਾਮ ਰਹੀਮ ਨੂੰ ਓਵਰ ਆਲ ਥੀਸ ਮੰਥਸ, ਜਦੋਂ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਕੋਲ ਇੱਕ ਬੇਅਦਬੀ ਦਾ ਬੜਾ ਸੀਰੀਅਸ ਸੈਂਸਿਟਿਵ ਕੇਸ ਹੈ, ਫਿਰ ਕਿਉਂ ਉਸ ਦੀ ਪੈਰੋਲ ਨੂੰ ਤੇ ਫਰਲੋ ਨੂੰ ਚੁਣੌਤੀ ਨਹੀਂ ਦਿੱਤੀ ਜਾਂਦੀ। ਇੱਕ ਪ੍ਰਾਈਵੇਟ ਬੰਦੇ ਨੇ ਖੜੇ ਹੋ ਕੇ, ਇੱਕ ਨਿੱਜੀ ਬੰਦੇ ਨੇ ਪੈਟੀਸ਼ਨਰ ਬਣ ਕੇ ਉਹਦੀ ਫਰਲੋ ਦੀ ਵਿਰੋਧਤਾ ਕੀਤੀ, ਜਿਸ ਤੋਂ ਹਾਈ ਕੋਰਟ ਨੇ ਓਵਰਰੂਲ ਕੀਤਾ, ਤੇ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਸਟੇਟ ਨੇ ਅੱਜ ਤੱਕ ਕਦੇ ਅਪੋਜ਼ ਕੀਤਾ ਉਸਦੀ ਪੈਰੋਲ ਜਾਂ ਫਰਲੋ। ਜੀ ਮੇਰਾ ਅਗਲਾ ਸਵਾਲ ਇਹੀ ਹੈ ਵੀ ਜਦੋਂ ਇੰਨਾ ਵੱਡਾ ਇਸ਼ੂ ਹੈਗਾ ਪੰਜਾਬ ਦੇ ਅੰਦਰ, ਪੰਜਾਬ ਦੀ ਰਾਜ ਸਿਆਸਤ ਦੇ ਅੰਦਰ ਰਾਮ ਰਹੀਮ ਦਾ, ਤੇ ਹੁਣੀ ਹਾਲ ਹੀ ਵਿੱਚ ਜਿਹੜਾ ਭਾਜਪਾ ਨੇ SYL ਤੇ ਆਪਣਾ ਸਟੈਂਡ ਸਪਸ਼ਟ ਕੀਤਾ ਇਸ ਚੀਜ਼ ਦੇ ਉੱਤੇ, ਰਾਮ ਰਹੀਮ ਦੇ ਉੱਤੇ, ਨਾ ਹੀ ਆਮ ਆਦਮੀ ਪਾਰਟੀ ਨਾ ਹੀ ਭਾਜਪਾ ਨੇ ਕੋਈ ਚੀਜ਼ ਸਪਸ਼ਟ ਕੀਤੀ ਹੈ। ਜੇ ਉਹਨਾਂ ਦੇ ਪੰਜਾਬ ਯੂਨਿਟਾਂ ਦੀ ਗੱਲ ਕਰ ਲਓ, ਕਿ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸਰਕਾਰ 'ਚ ਹੈ, ਕਿ ਉਹ ਵੀ ਹਰਿਆਣਾ ਦੇ ਇਲੈਕਸ਼ਨ ਦੇ ਕੇ ਚੁੱਪ ਕਰ ਗਏ ਇਸ ਇਸ਼ੂ ਤੇ? ਕੋਈ ਵੀ ਪੰਜਾਬ ਦਾ ਉਹਨਾਂ ਦਾ ਲੀਡਰ ਇਸ ਗੱਲ ਦੇ ਉੱਤੇ ਹਜੇ ਤੱਕ ਕਿਸੇ ਨੇ ਬਿਆਨ ਨਹੀਂ ਦਿੱਤੇ ਵੀ ਪੈਰੋਲ ਕਿਉਂ ਦਿੱਤੀ ਗਈ ਹੈ? ਦੇਖੋ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਬੀਜੇਪੀ ਨੂੰ ਤਾਂ ਆਪਾਂ ਸਵਾਲ ਪੁੱਛੀ, ਲੇਕਿਨ ਆਮ ਆਦਮੀ ਪਾਰਟੀ ਇਸ ਵਾਰ ਸਪਸ਼ਟ ਹੈ ਕਿ ਉਹ ਇਹਨਾਂ ਕੇਸਾਂ ਦੇ ਉੱਤੇ ਕੀ ਵਿਊ ਰੱਖਦੀ ਹੈ, ਕਿਉਂਕਿ ਪਾਰਟੀ ਦਾ ਮੁੱਦਾ ਨਹੀਂ ਹੈ ਸਰਕਾਰ ਕਿਹੜੀ ਪਾਰਟੀ ਦੀ ਹੈ। ਜੇ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ, ਉਹਨਾਂ ਦੇ ਹੀ ਇਹ ਕਮਿਟਮੈਂਟ ਸੀ ਕਿ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ ਜਿਸ ਦੀ ਪੂਰੀ ਡਾਇਰੈਕਸ਼ਨ ਸੀ, ਉਹ ਗੁਰਮੀਤ ਰਾਮ ਰਹੀਮ ਉਸਦੇ ਡੇਰੇ ਦੇ ਨਾਲ ਜਾ ਕੇ ਜੁੜਦੀ ਹੈ। ਖੁਦ ਉਸ ਤੋਂ ਬਾਅਦ ਸਿੱਟਾਂ ਬਣਦੀਆਂ ਨੇ, ਇੱਕ ਤੋਂ ਬਾਅਦ ਇੱਕ ਬੈਕ ਟੂ ਬੈਕ ਸਿੱਟਾਂ ਬਣੀਆਂ, ਸਿੱਟਾਂ ਭੰਗ ਵੀ ਹੋ ਗਈਆਂ। ਹੁਣ ਤਾਂ ਹਾਈ ਕੋਰਟ ਦੀ ਪੂਰੀ ਸੁਪਰਵਿਜ਼ਨ ਦੇ ਵਿੱਚ ਸਿੱਟਾਂ ਕੰਮ ਕਰ ਰਹੀਆਂ ਨੇ। ਉਹਨਾਂ ਨੇ ਹੀ ਸਿੱਟਾਂ ਨੇ ਆਪਣੀਆਂ ਜਿਹੜੀਆਂ ਰਿਪੋਰਟਾਂ ਦਿੱਤੀਆਂ, ਫਾਈਨਲ ਰਿਪੋਰਟਾਂ ਜਾਂ ਚਾਰ ਸ਼ੀਟਾਂ ਜੋ ਵੀ ਦਿੱਤੀਆਂ, ਉਹਨਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਨਿਕਲ ਕੇ ਆ ਰਿਹਾ ਇੱਕ ਮੇਨ ਮੁਲਜ਼ਮ। ਉਹਦੇ ਜਿਹੜੇ ਨੈਕਸਟ ਇਨ ਲਾਈਨ 3 ਜਾਂ 4 ਬੰਦੇ ਸੀ, ਜਿਸ ਵਿੱਚ ਉਹ ਜਿਹੜੇ ਬੰਦੇ ਸੀ, ਇੱਕ ਰਕੇਸ਼ ਦਿੜਬਾ ਸੀ, ਇੱਕ ਉਸਦੇ ਨਾਲ ਹੋਰ 3-4 ਲੋਕ ਸੀ, ਮੈਂ ਉਹਨਾਂ ਦੇ ਨਾਂ ਵੀ ਦੱਸ ਦਾਂਗਾ। ਸੋ ਉਹ ਜਿਹੜੇ 3-4 ਲੋਕ ਨੇ ਉਹ ਅੱਜ ਤੱਕ ਲੱਭੇ ਨਹੀਂ, ਕਿੱਥੇ ਗਏ ਨੇ? ਉਹਨੂੰ ਜ਼ਮੀਨ ਖਾ ਗਈ, ਅਸਮਾਨ ਉਹਨੂੰ ਕਹਿੰਦੇ ਉਗਲ ਗਿਆ, ਉਹ ਪਤਾ ਹੀ ਨਹੀਂ ਲੱਗਾ ਵੀ ਉਹ ਬੰਦੇ ਗਏ ਕਿੱਥੇ। ਸੋ ਮੁੱਦਾ ਹੁਣ ਇਹ ਖੜਾ ਹੈ ਕਿ ਡੇਰਾ ਸੱਚਾ ਸੌਦਾ ਤੇ ਉਸਦੇ ਲੀਡਰ, ਉਸਦੇ ਜਿਹੜੇ ਮੁੱਢਲੇ ਲੈਵਲ ਦੇ ਪੈਰੋਕਾਰ, ਕੁਝ ਜਿਹੜੇ ਗੁਰਮੀਤ ਰਾਮ ਰਹੀਮ ਦੇ ਸੱਜੇ ਖੱਬੇ, ਰਕੇਸ਼ ਦਿੜਬਾ ਦਾ ਪੀਏ ਦੱਸਿਆ ਜਾਂਦਾ ਹੈ, ਉਸ ਤੋਂ ਬਾਅਦ ਇੱਕ ਹਰਸ਼ ਧੂਰੀ ਹੈ, ਬਰੇਟਾ ਹੈ, ਇਹ 3-4 ਲੋਕ ਸੀਗੇ, ਉਹ ਅੱਜ ਤੱਕ ਲੱਭੇ ਨਹੀਂ। ਉਸ ਤੋਂ ਬਾਅਦ ਮੇਨ ਇੱਕ ਕਲਪਰੇਟ ਮੁਲਜ਼ਮ ਦੱਸੇ ਜਾਂਦੇ ਨੇ, ਜਿਨ੍ਹਾਂ ਨੇ ਮਹਿੰਦਰਪਾਲ ਸਿੰਘ ਬਿੱਟੂ ਦੇ ਨਾਲ ਕੜੀ ਜੋੜਦੀ ਸੀ ਬੇਅਦਬੀ ਦੀ, ਉਹ ਜਿਹੜੀ ਘਟਨਾਵਾਂ ਜਿਹੜੀਆਂ ਕਿ ਗੁਰਜਬਾਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਹੋਈਆਂ। ਸੋ ਹੁਣ ਇਹ ਆ ਚੁੱਕੀ ਹੈ ਕਿ ਆਪਾਂ ਨੂੰ ਸਮਝਣ ਦੀ ਲੋੜ ਹੈਗੀ ਕਿ ਇਸ ਕੇਸ ਦੇ ਵਿੱਚ ਮੌਜੂਦਾ ਸਰਕਾਰਾਂ ਤੇ ਸਰਕਾਰੀ ਪੱਖ ਜਿਹੜਾ ਕਰਦਾ ਕੀ ਪਿਆ। ਉਹ ਕੁਝ ਕਰਨ ਲਈ ਸੁਹਿਰਦ ਹੈਗੇ ਨੇ, ਕੋਈ ਕੰਮ ਕਰਨਾ ਚਾਹੁੰਦੇ ਨੇ, ਕਿ ਸਿਰਫ ਇੱਕ ਨੂਰਾ ਕੁਸ਼ਤੀ ਸਿਆਸੀ ਬਿਆਨਬਾਜ਼ੀਆਂ ਨਾਲ ਗੱਲ ਨਹੀਂ ਬਣਨੀ। ਤੇ ਪਹਿਲਾਂ ਵੀ ਇਹੀ ਹੋਇਆ,
ਵਿਧਾਨ ਸਭਾਵਾਂ ਦੇ ਵਿੱਚ 8-8 ਘੰਟੇ ਇਹਨਾਂ ਨੇ ਖੜੇ ਹੋ ਕੇ ਨੂਰਾ ਕੁਸ਼ਤੀ ਜੋ ਕਾਂਗਰਸ ਦੀ ਸਰਕਾਰ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਤੇ ਉਹਦਾ ਐਡਵੋਕੇਟ ਜਨਰਲ ਅਦਾਲਤਾਂ ਦੇ ਵਿੱਚ ਕੀ ਕਰਦਾ ਰਿਹਾ ਉਹ ਤਾਂ ਜ਼ਿਕਰ ਉਹਦਾ ਕਈ ਵਾਰ ਹੋ ਚੁੱਕਾ ਹੈ। ਸੋ ਉਹਨਾਂ ਨੇ ਬੜੇ ਵੱਡੇ ਡਿਫਾਲਟਸ ਕੀਤੇ ਤੇ ਮੌਜੂਦਾ ਸਰਕਾਰ ਵੀ ਜੇ ਆਈ, ਹਾਲਾਂਕਿ 7 ਫਰਵਰੀ ਜਾਂ ਫਰਵਰੀ ਦੇ ਵਿੱਚ ਜਦੋਂ ਪੈਰੋਲ ਵਗੈਰਾ ਫਰਲੋ ਦਿੱਤੀ ਜਾਂਦੀ ਹੈ ਗੁਰਮੀਤ ਰਾਮ ਰਹੀਮ ਨੂੰ, ਉਸ ਵਕਤ ਸਰਕਾਰ ਨਹੀਂ ਸੀ ਬਣੀ। ਲੇਕਿਨ ਆਪਾਂ ਪਿਛਲਾ 1 ਸਾਲ ਹੁਣ ਪੂਰਾ ਹੋਣ ਵਾਲਾ ਹੈਗਾ, 1 ਸਾਲ ਦੇ ਵਿੱਚ ਵੇਖਿਆ ਹੀ ਹੈ ਵੀ ਸਰਕਾਰ ਕਿੰਨੀ ਕੁ ਕਮਿਟਡ ਹੈ, ਮੌਜੂਦਾ ਸਰਕਾਰ ਹੈ। ਬੀਜੇਪੀ ਦੀ ਗੱਲ ਕਰੀਏ, ਬੀਜੇਪੀ ਆਊਟ ਐਂਡ ਆਊਟ ਗੁਰਮੀਤ ਰਾਮ ਰਹੀਮ ਦੀ ਪੋਲੀਟੀਕਲ ਪੈਟਰਨੇਜ ਦੇ ਉੱਤੇ ਆਧਾਰਿਤ ਆਪਣੀ ਕਾਰਡਸ ਨੂੰ ਖੇਡ ਰਹੀ ਹੈ ਤੇ ਉਹਨਾਂ ਨੇ ਹਰਿਆਣਾ ਦੇ ਵਿੱਚ ਇਸ ਦਾ ਬੜਾ ਵੱਡਾ ਲਾਹਾ ਲਿਆ ਹੈ। ਬੈਕ ਟੂ ਬੈਕ 2 ਚੋਣਾਂ ਦੇ ਵਿੱਚ 2014 ਤੇ 2019 ਦੇ ਵਿੱਚ ਬੀਜੇਪੀ ਰਿਪੀਟ ਕੀਤੀ ਹੈ। ਉਹ ਪਾਰਟੀ ਜੋ ਕਿ ਹਰਿਆਣਾ ਦੇ ਵਿੱਚ ਉਸਦਾ ਵਜੂਦ ਨਹੀਂ ਸੀ, 3 ਐਮਐਲਏ ਹੋਇਆ ਕਰਦੇ ਸੀ, ਓਮ ਪ੍ਰਕਾਸ਼ ਚੌਟਾਲੇ ਦੇ ਪਿਛਲੱਗੂ ਪਾਰਟੀ ਹੋਇਆ ਕਰਦੀ ਸੀ ਭਾਰਤੀ ਜਨਤਾ ਪਾਰਟੀ, ਤੇ ਅੱਜ 2 ਵਾਰ ਸਰਕਾਰਾਂ ਬਣਾ ਜਾਂਦੀ ਹੈ। ਜਾਤੀ ਬੇਸ ਜਿਹੜੇ ਸਮੀਕਰਨਾਂ ਦੇ ਉੱਤੇ ਖੇਡੀ, ਉਸ ਤੋਂ ਬਾਅਦ ਇਸ ਏਰੀਏ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਵੀ ਇਹਨਾਂ ਦੇ ਉੱਤੇ ਪੂਰਾ ਦਾ ਪੂਰਾ ਆਸ਼ੀਰਵਾਦ ਰਿਹਾ ਤੇ ਉਸ ਤੋਂ ਬਾਅਦ ਫਿਰ ਹੁਣ ਉਹ ਜਿਹੜੇ ਵਾਰੀ ਵੱਟਾ ਜਿਹਨੂੰ ਕਹਿੰਦੇ ਆ ਉਹ ਹੋ ਹੀ ਰਿਹਾ ਹੈਗਾ, ਕੁਝ ਨਾ ਕੁਝ ਕੁਇਡ ਪ੍ਰੋ ਕੋ ਹੋਏਗਾ ਹੀ। ਤਾਂ ਹੀ ਕਰਕੇ ਗੁਰਮੀਤ ਰਾਮ ਰਹੀਮ ਨੂੰ ਜੇਲ੍ਹਾਂ ਤੋਂ ਪੈਰੋਲਾਂ ਦੇ ਬਾਹਰ ਵੀ ਲਿਆਇਆ ਜਾਂਦਾ ਹੈ ਤੇ ਉਸ ਕੇਸ ਦੇ ਵਿੱਚ ਜਿਹਦਾ ਸਭ ਤੋਂ ਵੱਡੀ ਗੱਲ ਜਿਹੜੀ ਹੋਈ, ਉਸ ਨੂੰ ਹੀਨਸ ਜਿਹੜਾ ਕ੍ਰਿਮੀਨਲ ਸੀ ਉਹ ਨਹੀਂ ਐਲਾਨਿਆ ਗਿਆ, ਉਹ ਜਿਹੜਾ ਟੈਗ ਸੀ ਉਸ ਉੱਤੇ ਲਾਤਾ ਗਿਆ ਤੇ ਹਾਈ ਕੋਰਟ ਨੇ ਲਿਆ ਹੈ। ਉਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣੀ ਚਾਹੀਦੀ ਸੀ, ਪੰਜਾਬ ਸਰਕਾਰ ਚੁਣੌਤੀ ਦਿੰਦੀ, ਉਹ ਕਿਹਨੇ ਦੇਣੀ ਸੀ? ਕੌਣ ਸਮਝਾਏਗਾ ਭਗਵੰਤ ਮਾਨ ਨੂੰ ਵੀ ਆਹ ਵੀ ਕੰਮ ਕਰਨ ਵਾਲੇ ਹੈਗੇ ਨੇ? ਤੇ ਸਭ ਤੋਂ ਵੱਡੀ ਗੱਲ ਹੈ ਕਮਿਟਮੈਂਟ। ਦੇਖੋ ਮਾਲਵੇ ਦੇ ਵਿੱਚ ਇੱਕ ਹੁੰਜਾ ਫੇਰ ਹਨੇਰੀ ਆਈ ਹੈ ਆਮ ਆਦਮੀ ਪਾਰਟੀ ਦੀ, ਇਹ ਆਪਾਂ ਸਮਝ ਕੇ ਚੱਲੇ ਕਿ ਮਾਲਵੇ ਦੇ ਵਿੱਚ ਕਿੰਨੀਆਂ ਸੀਟਾਂ ਉੱਤੇ ਗੁਰਮੀਤ ਰਾਮ ਰਹੀਮ ਜਾਂ ਡੇਰੇ ਸੱਚੇ ਸੌਦੇ ਦੇ ਵੋਟਾਂ ਦਾ ਜ਼ੋਰ ਮੰਨਿਆ ਜਾਂਦਾ ਰਿਹਾ। ਸੋ ਜੇ ਤੁਸੀਂ ਪੂਰੀ ਕੈਲਕੂਲੇਸ਼ਨ ਨੂੰ ਐਗਜ਼ਾਮਿਨ ਕਰੋ ਤਾਂ ਕੀ ਸਾਡੇ ਕੋਲ ਇਸ ਸ਼ੱਕ ਨੂੰ ਜਾਂ ਇਸ ਸਵਾਲ ਨੂੰ ਖੜੇ ਹੋਣ ਦੇ ਕਾਰਨ ਨਹੀਂ ਹੋਣੇ ਚਾਹੀਦੇ ਕਿ ਗੁਰਮੀਤ ਰਾਮ ਰਹੀਮ ਤੇ ਡੇਰੇ ਸੱਚੇ ਸੌਦੇ ਦੀ ਵੋਟ ਕਿਹੜੇ ਪਾਸੇ ਭੁਗਤੀ? ਕੁਐਸਚਨ ਹੈ, ਇੱਕ ਲੌਜੀਕਲ ਕੁਐਸਚਨ ਹੈ। ਮੈਂ ਨਹੀਂ ਕਹਿ ਰਿਹਾ ਵੀ ਉਹਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਕਿਸੇ, ਮੈਂ ਤਾਂ ਇਹ ਕਹਿ ਰਿਹਾ ਵੀ ਉਹਦੀ ਵੋਟ ਗਈ ਕਿੱਥੇ? ਇਹ ਕਿਹਾ ਜਾਂਦਾ ਸੀ ਡੇਰੇ ਦੀ ਬੜੀ ਵੋਟ ਹੈ, ਅਸੀਂ ਵੀ ਐਨਾਲਾਈਸਿਸ ਕੀਤਾ ਵੀ ਡੇਰੇ ਦੀ ਜੇ ਵੋਟ ਹੈ ਤਾਂ ਫਿਰ ਡੇਰੇ ਦੀ ਵੋਟ ਦਾ ਅਸਰ ਤਾਂ ਕਿਤੇ ਪਿਆ ਨਹੀਂ, ਤਾਂ ਬੀਜੇਪੀ ਦੇ ਨਾਲ ਖੜਾ ਸੀ, ਬੀਜੇਪੀ ਨੂੰ ਜਾਂ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ। ਫਾਇਦਾ ਕਿਹੜੀ ਪਾਰਟੀ ਨੂੰ ਹੋਇਆ? ਤੇ ਉਸ ਸਰਕਾਰ ਦੇ ਬਣਨ ਤੋਂ ਬਾਅਦ ਗੁਰਮੀਤ ਰਾਮ ਰਹੀਮ ਜਾਂ ਡੇਰੇ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਖਿਲਾਫ ਕਿੰਨੀ ਹੋਰ ਸਖਤੀ ਹੋ ਗਈ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਵਿੱਚ ਨਹੀਂ ਹੋ ਪਾਈ। ਸੋ ਇਹ ਕੁਝ ਕ੍ਰਿਟੀਕਲ ਕੁਐਸਚਨ ਨੇ ਜਿਨ੍ਹਾਂ ਦੇ ਜਵਾਬ ਮਿਲਣ ਤਾਂ ਬਿਹਤਰ ਹੋਏਗਾ ਜੀ। ਤੇ ਅਗਲਾ ਸਵਾਲ ਇਹੀ ਸੀ ਵੀ ਜਿਹੜਾ ਐਸਜੀਪੀਸੀ ਆ ਉਸਨੇ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ, ਉਹ ਇਸ ਚੀਜ਼ ਨੂੰ ਉਦਾਹਰਨ ਦੇ ਰਿਹਾ ਵੀ ਬੰਦੀ ਸਿੱਖਾਂ ਦਾ ਜਿਹੜਾ ਮਸਲਾ ਹੈ ਉਹਦੇ ਕਰਕੇ ਉਹਨੂੰ ਕਿਉਂ ਨਹੀਂ ਉਭਾਰਿਆ ਜਾ ਰਿਹਾ, ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ, ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਹੈਗੀ। ਐਸਜੀਪੀਸੀ ਇਸ ਗੱਲ ਦੇ ਉੱਤੇ ਇਸ ਚੀਜ਼ ਦੀ ਪਲੀ ਲੈ ਰਹੀ ਹੈ ਜੇ ਰਾਮ ਰਹੀਮ ਨੂੰ ਮਿਲ ਸਕਦੀ ਹੈ ਜੋ ਕਿ ਕਤਲ 'ਚ ਹੈ ਜਾਂ ਕਹਿ ਲਓ ਵੀ ਰੇਪ ਦੇ ਕੇਸਿਸ 'ਚ ਉਹਨੂੰ ਸਜ਼ਾ ਹੋ ਰੱਖੀ ਹੈ, ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਸਕਦੀ? ਹੁਣ ਐਸਜੀਪੀਸੀ ਬਾਰੇ ਕੀ ਕਹੀਏ? ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦੇ ਜਿਹੜੀ ਜਥੇਬੰਦੀ 96 ਲੱਖ ਰੁਪਇਆ 1 ਕਰੋੜ ਰੁਪਏ ਦੇ ਤਾਂ ਇਸ਼ਤਿਹਾਰ ਐਸਜੀਪੀਸੀ ਵੱਲੋਂ ਛਾਪੇ ਗਏ ਸੀ ਤੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਜਿਹਨਾਂ ਨੂੰ ਬਾਅਦ ਦੇ ਵਿੱਚ ਵਾਪਸ ਲੈ ਲਿਆ ਗਿਆ ਸੀ। ਹੁਣ ਉਹੋ ਜਿਹੀ ਜਥੇਬੰਦੀ ਅੱਜ ਇਹ ਦੁਹਾਈਆਂ ਦੇਵੇ, ਹੈਰਾਨੀ ਦੇਖੋ, ਹੈਰਾਨੀ ਇਸ ਚੀਜ਼ ਦੀ ਹੁੰਦੀ ਹੈ ਕਿ ਅੱਜ ਜੇ ਉਹ ਠੀਕ ਹੈ ਉਹਨਾਂ ਨੇ ਆਪਣੀ ਪੋਲਿਟਿਕਸ ਕਰਨੀ ਹੈ, ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਬੜਾ ਵਿਸ਼ਾ ਹੈ ਤੇ ਐਜ਼ ਏ ਕ੍ਰਿਟਿਕ ਆਪਾਂ ਕਹਾਂਗੇ ਨਾ, ਤੁਸੀਂ ਇੱਕ ਪਾਸੇ ਜੇ ਇਹੋ ਜਿਹੇ ਸੀਰੀਅਲ ਕ੍ਰਿਮੀਨਲ ਨੂੰ, ਮੈਨੂੰ ਸੀਰੀਅਲ ਕ੍ਰਿਮੀਨਲ ਕਹਾਂਗਾ ਗੁਰਮੀਤ ਰਾਮ ਰਹੀਮ ਨੂੰ, ਜਾਂ ਹੀਨਸ ਕ੍ਰਿਮੀਨਲ ਨੂੰ ਜਿਹਨੂੰ ਕਿ ਛੱਡਣ ਦਾ ਕੋਈ ਕਾਰਨ ਨਹੀਂ ਸੀ ਬਣਦਾ, ਜੇ ਅਦਾਲਤਾਂ ਪੈਰੋਲਸ ਦੇ ਰਹੀਆਂ ਨੇ ਤਾਂ ਫਿਰ ਦੂਸਰੇ ਪਾਸੇ ਵੀ ਇਹ ਰਿਆਇਤ ਹੋ ਜਾਣੀ ਚਾਹੀਦੀ ਹੈ। ਲੇਕਿਨ ਇਹ ਗੱਲਾਂ ਬਾਤਾਂ ਸਿਰਫ ਗੱਲਾਂ ਬਾਤਾਂ ਵਿੱਚ ਕਿਉਂ ਹੈਗੀਆਂ? ਤੇ ਹੋਰ ਤਾਂ ਕੋਈ ਬੋਲਣ, ਲੇਕਿਨ ਇਹ ਜਿਹੜੀਆਂ ਜਥੇਬੰਦੀਆਂ ਬੋਲਦੀਆਂ ਨੇ ਉਹ ਆਪਣਾ ਸਮੇਂ ਭੁੱਲ ਜਾਂਦੀਆਂ ਨੇ ਜਦੋਂ ਉਹੀ ਇਸ ਗੁਰਮੀਤ ਰਾਮ ਰਹੀਮ ਨੂੰ ਚਿੱਟ ਦੇ ਰਹੇ ਸਨ। ਜਿਹੜੀ ਪਾਰਟੀ ਨੂੰ ਸਿਆਸੀ ਸਰਪ੍ਰਸਤੀ ਐਸਜੀਪੀਸੀ ਦਿੰਦੀ ਰਹੀ ਹੈ ਉਹੀ ਪਾਰਟੀ ਕਿਸੇ ਸਮੇਂ ਗੁਰਮੀਤ ਰਾਮ ਰਹੀਮ ਦੇ ਵੋਟਾਂ ਉੱਤੇ ਨਿਰਭਰ ਸੀ ਤੇ 25 ਸਾਲ ਤੱਕ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਾਜ ਰੱਖਣ ਦਾ ਦਾਅਵਾ ਕਰਿਆ ਕਰਦੀ ਸੀ। ਹੁਣ ਅੱਜ ਉਹ ਜਥੇਬੰਦੀਆਂ, ਕਿਉਂਕਿ ਠੀਕ ਹੈ ਲੋਕਾਂ ਨੂੰ ਯਾਦ ਨਹੀਂ ਰਹਿੰਦੀਆਂ ਚੀਜ਼ਾਂ, ਦਿੱਕਤ ਹੈ ਵੀ ਅੱਜ ਦੇ ਪ੍ਰੈਜ਼ੈਂਟ ਦੇ ਵਿੱਚ ਆਪਾਂ ਸਾਰੇ ਖੇਡਦੇ ਹਾਂ, ਅੱਜ ਜੋ ਗੱਲ ਹੋ ਗਈ ਆਪਾਂ ਗੱਲ ਕਰ ਲਈ, ਅਦਰਵਾਈਜ਼ ਆਪਾਂ ਨੂੰ ਭੁੱਲ ਜਾਂਦਾ ਵੀ ਪੁਰਾਣਾ ਪਿਛੋਕੜ ਕੀ ਸੀ, ਬੈਕਗਰਾਉਂਡ ਕੀ ਸੀ। 4-5 ਸਾਲ ਤਾਂ ਬੜੀ ਪੁਰਾਣੀ ਗੱਲ ਹੋ ਜਾਂਦੀ ਹੈ, ਇੱਥੇ ਤਾਂ ਕੁਝ ਮਹੀਨਿਆਂ ਦੀ ਗੱਲਾਂ ਨਹੀਂ ਯਾਦ ਰਹਿੰਦੀਆਂ। ਲੇਕਿਨ ਫੈਕਟ ਆਫ ਦਾ ਮੈਟਰ ਹੈ ਵੀ ਅੱਜ ਠੀਕ ਹੈ ਇਹਨਾਂ ਨੇ ਆਪਣੀ ਰਾਜਨੀਤੀ ਕਰਨੀ ਹੈ, ਇਹਨਾਂ ਦੇ ਬਿਆਨਾਂ ਨੂੰ ਦੇਖੋ, ਸਵਾਲ ਜੇ ਸਹੀ ਚੁੱਕੇ ਜਾਂਦੇ ਜਾਂ ਲੌਜੀਕਲ ਚੁੱਕੇ ਜਾਂਦੇ, ਇੱਕ ਧਿਰ ਬਣ ਕੇ ਜੇ ਐਸਜੀਪੀਸੀ ਵੀ ਅਦਾਲਤ ਦੇ ਵਿੱਚ ਖੜੀ ਹੋਣ ਦੀ ਕੋਸ਼ਿਸ਼ ਕਰਦੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਤਾਂ ਵੀ ਆਪਾਂ ਗੱਲ ਮੰਨ ਲੈਂਦੇ, ਲੇਕਿਨ ਉਹ ਕੋਸ਼ਿਸ਼ ਨਹੀਂ ਕੀਤੀ ਗਈ। ਇੱਕ ਪ੍ਰਾਈਵੇਟ ਇੰਡੀਵਿਜੂਅਲ ਨੇ ਗੁਰਮੀਤ ਰਾਮ ਰਹੀਮ ਦੀ ਫਰਲੋ ਨੂੰ ਚੈਲੰਜ ਕੀਤਾ ਤੇ ਉਹ ਜਿਹੜੀ ਪਟੀਸ਼ਨ ਸੀ ਨਾ ਉਹ ਰਿਜੈਕਟ ਇਸ ਵਾਸਤੇ ਹੋ ਗਈ ਸੀ ਕਿਉਂਕਿ ਫਰਲੋ ਜਦੋਂ ਦਿੱਤੀ ਗਈ ਗੁਰਮੀਤ ਰਾਮ ਰਹੀਮ ਨੂੰ 3 ਹਫ਼ਤਿਆਂ ਦੀ, ਫਰਵਰੀ 2022 ਦੇ ਵਿੱਚ ਉਹ ਪਟੀਸ਼ਨ ਪਾਈ ਗਈ, ਲੇਕਿਨ ਪਟੀਸ਼ਨ ਨੂੰ ਲਮਕਾਉਂਦਿਆ ਗਿਆ, ਅਦਾਲਤ ਦੇ ਵਿੱਚ ਵੀ ਉਹ ਪਟੀਸ਼ਨ ਲਟਕਦੀ ਗਈ। ਜਿੰਨੀ ਦੇਰ ਤੱਕ ਉਸ ਪਟੀਸ਼ਨ ਦੀ ਸੁਣਵਾਈ ਦਾ ਦਿਨ ਆਇਆ ਤਦ ਤੱਕ ਉਹਦੀ ਫਰਲੋ ਖਤਮ ਹੋ ਚੁੱਕੀ ਸੀ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਜਾ ਚੁੱਕਾ ਸੀ। ਸੋ ਇਨਫਰੈਕਚੁਅਸ ਹੋ ਗਈ ਉਹ ਪੂਰੀ ਦੀ ਪੂਰੀ ਸਿਚੁਏਸ਼ਨ।
ਉਹ ਐਪਲੀਕੇਸ਼ਨ ਵੀ ਡਿਸਪੋਜ਼ ਆਫ, ਲੇਕਿਨ ਉਸ ਦੇ ਵਿੱਚ ਹੋਇਆ ਇਹ ਕਿ ਇੱਕ ਹਿਨਸ ਕ੍ਰਿਮੀਨਲ ਦਾ ਜਿਹੜਾ ਟੈਗ ਸੀ ਗੁਰਮੀਤ ਰਾਮ ਰਹੀਮ ਦੇ ਮੱਥਿਓਂ ਹਟਵਾਉਣ ਦੇ ਵਿੱਚ ਉਸਦੇ ਬਚਾਅ ਪੱਖ ਦੇ ਵਕੀਲ ਕਾਮਯਾਬ ਹੋ ਗਏ, ਤੇ ਜਿਹੜੀਆਂ ਸਟੇਟ ਤੇ ਏਜੰਸੀਆਂ ਸੀਗੀਆਂ, ਚਾਹੇ ਉਹ CBI ਸੀ, ਚਾਹੇ ਉਹ ਪੰਜਾਬ ਸਰਕਾਰ ਸੀ, ਜਿਨ੍ਹਾਂ ਨੂੰ ਉੱਥੇ ਖੜ ਕੇ ਪੈਰਵੀ ਕਰਨੀ ਚਾਹੀਦੀ ਸੀ, ਉਹ ਕੋਈ ਪਿਕਚਰ ਦੇ ਵਿੱਚ ਨਹੀਂ ਸੀ। ਸੋ ਬਹੁਤ ਸੌਖੇ ਤਰੀਕੇ ਦੇ ਨਾਲ ਇੱਕ ਵੱਡਾ ਜਿਹੜਾ ਰਿਲੀਫ ਸੀ ਉਹ ਗੁਰਮੀਤ ਰਾਮ ਰਹੀਮ ਨੂੰ ਮਿਲ ਗਿਆ, ਤੇ ਅੱਜ ਉਹ ਫਿਰ ਬੇਸ ਬਣਦਾ ਪਿਆ। ਹੁਣ ਪਰੋਲਾਂ ਤੇ ਪਰੋਲਾਂ ਮਿਲ ਰਹੀਆਂ ਨੇ। ਅੱਜ ਆਪਾਂ ਜਿੰਨਾ ਮਰਜ਼ੀ ਭੱਡੀ ਜਾਈਏ, ਭਾਰਤੀ ਜਨਤਾ ਪਾਰਟੀ BJP ਦੀ ਲੀਡਰਸ਼ਿਪ, ਉਸਦੇ ਇੱਕ ਤੋਂ ਇੱਕ ਲੀਡਰ ਅਨਿਲ ਵਿਜ ਤੋਂ ਲੈ ਕੇ ਰਾਮ ਬਿਲਾਸ ਸ਼ਰਮੇ ਤੋਂ ਲੈ ਕੇ ਮਨੋਹਰ ਲਾਲ ਖੱਟਰ ਤੋਂ ਲੈ ਕੇ ਉਹ ਕਮਿਟਡ ਨੇ ਕਿ ਉਹਨਾਂ ਨੇ ਡੇਰੇ ਦੇ ਵਿੱਚ ਜਾਣਾ ਹੀ ਜਾਣਾ, ਵੋਟਾਂ ਮੰਗਣੀਆਂ। ਉਹ ਕੀ ਕਮਿਟਡ ਨੇ? ਕਾਂਗਰਸ ਦੇ ਲੀਡਰ ਕਮਿਟਡ ਨੇ। ਹਰ ਸੂਬੇ ਦੇ ਵਿੱਚ ਜਿਹੜੀ ਸਿਆਸਤ ਹੈ ਉਸਨੇ ਆਪਣੇ ਹਿਸਾਬ ਨਾਲ ਚੱਲਣਾ। ਹਰਿਆਣੇ ਦੀ ਸਿਆਸਤ ਜਾਂ ਉੱਥੇ ਦਾ ਸਿਆਸਤਦਾਨ ਬੜਾ ਕਲੀਅਰ ਹੈ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਫਿਰ ਆ ਜਿਹੜੇ ਕ੍ਰਿਮੀਨਲ ਕੇਸਿਸ ਗੁਰਮੀਤ ਰਾਮ ਰਹੀਮ ਦੇ ਨਾਲ ਹੈਗੇ ਨੇ, ਇਹਨਾਂ ਦੇ ਨਾਲ ਕੁਝ ਲੰਬਾ ਚੌੜਾ ਲੈਣਾ ਦੇਣਾ ਨਹੀਂ ਹੈ। ਜਿਹੜੀ ਪਾਰਟੀਆਂ ਨੇ ਠੇਕੇ ਲੈ ਰੱਖੇ ਨੇ ਪੰਥ ਦੇ, ਜੇ ਉਹ ਬੋਲਣ ਨੂੰ ਤਿਆਰ ਨਹੀਂ, ਜਾਂ ਉਹ ਸਿਰਫ ਅੱਜ 21 ਸੰਦਰਭ ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਗੱਲ ਕਰਨਗੇ, ਜਿਹੜੀਆਂ ਸਰਕਾਰਾਂ ਲਗਾਤਾਰ, ਚਾਹੇ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ, ਬੇਅਦਬੀ ਬਰਗਾੜੀ ਦਾ ਰਾਗ ਅਲਾਪ ਕੇ ਸਰਕਾਰਾਂ ਨੇ ਸੱਤਾ ਦੇ ਵਿੱਚ ਪਹੁੰਚੀਆਂ ਨੇ, ਜੇ ਅੱਜ ਉਹ ਗੁਰਮੀਤ ਰਾਮ ਰਹੀਮ ਦੀ ਵਿਰੋਧਤਾ ਅਦਾਲਤਾਂ ਦੇ ਵਿੱਚ ਨਹੀਂ ਕਰ ਪਾ ਰਹੀਆਂ, ਮੁਕੱਦਮੇ ਨਹੀਂ ਅੱਗੇ ਤੋਰ ਪਾ ਰਹੀਆਂ, ਤਾਂ ਫਿਰ ਆਪਾਂ ਹਰਿਆਣਾ ਦੇ ਪੋਲੀਟੀਸ਼ੀਅਨ ਨੂੰ ਕਿਉਂ ਦੋਸ਼ੀ ਬਣੀਏ? ਉਹ ਤਾਂ ਆਪਣੀ ਰਾਜਨੀਤੀ ਕਰ ਰਹੇ ਨੇ ਤੇ ਉਹਨਾਂ ਨੇ ਰਾਜਨੀਤੀ ਕਰਨੀ ਹੈ, ਤੇ ਭਾਰਤੀ ਜਨਤਾ ਪਾਰਟੀ ਕਲੀਅਰ ਹੈ, ਉਹਦੀ ਕਦੀ ਕੋਈ ਕਮਿਟਮੈਂਟ ਸੀ ਹੀ ਨਹੀਂ ਵੀ ਉਹ ਉਸ ਤੋਂ ਅਸੀਂ ਇਹ ਆਸ ਕਰੀਏ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਇਨਸਾਫ ਦੀ ਗੱਲ ਕਰਨੀ ਹੈ, ਜਾਂ ਫਿਰ ਉਹ ਜਿਹੜੀਆਂ ਸਾਧਵੀਆਂ ਦੇ ਨਾਲ ਬਲਾਤਕਾਰ ਹੋਇਆ, ਜਿਹੜਾ ਪੱਤਰਕਾਰ ਮਾਰਤਾ ਗਿਆ, ਜਿਹੜਾ ਡਰਾਈਵਰ ਮਾਰਤਾ ਗਿਆ, ਉਹਨਾਂ ਦੇ ਹੱਕ ਦੀ ਗੱਲ ਕਰਨੀ ਹੈ। ਇਹਦੇ ਲਈ BJP ਨੇ ਤਾਂ ਕਦੇ ਕੋਈ ਕਮਿਟਮੈਂਟ ਨਹੀਂ ਦਿੱਤੀ। ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ, ਵੋਟਾਂ ਮਿਲ ਰਹੀਆਂ ਨੇ ਜੀ। ਪਰ ਇਹ ਇਸ਼ੂ ਤੁਹਾਨੂੰ ਲੱਗਦਾ ਹੈ ਵੀ ਜਿਹੜੀਆਂ ਹਰਿਆਣੇ ਦੀ ਚੋਣਾਂ ਹੋਣੀਆਂ ਨੇ, ਕਿਉਂਕਿ ਉਹਦੇ ਉੱਤੇ ਜੇ ਸਟੈਂਡ ਨਹੀਂ ਲਿਆ ਜਾਂਦਾ, ਇਹਦਾ ਪੰਜਾਬ ਤੇ ਅਸਰ ਪਊਗਾ ਜੇ ਸਰਕਾਰਾਂ ਚੁੱਪੀ ਧਾਰ ਕੇ ਰੱਖਦੀਆਂ ਨੇ, ਇਸ ਮਸਲੇ ਉੱਤੇ ਕੁਝ ਨਹੀਂ ਕਹਿੰਦੀ ਵੱਖ-ਵੱਖ ਪਾਰਟੀ ਦੀ ਵੱਖਰੀ ਯੂਨਿਟ? ਦੇਖੋ ਜੀ, ਅਸਰ ਉਸਰ ਤਾਂ ਖੈਰ ਕੀ ਪੈਣਾ, ਲੋਕਾਂ ਦੇ ਮਨਾਂ ਦੇ ਵਿੱਚ ਹੀ ਅਸਰ ਰਹਿ ਜਾਂਦਾ ਹੈ। ਇਲੈਕਸ਼ਨਾਂ ਵਿੱਚ ਤਾਂ ਕੁਝ ਹੋਰ ਹੀ ਅਸਰ ਦਿਸਦੇ ਨੇ। ਤੁਸੀਂ ਦੇਖਿਆ ਵੀ ਮਾਲਵੇ ਦੇ ਵਿੱਚ, ਮੈਂ ਦੁਬਾਰਾ ਉਸ ਪੁਆਇੰਟ ਤੇ ਆ ਰਿਹਾ, ਮੈਂ ਚਾਹਾਂਗਾ ਕਿ ਮੈਂ ਜਿੰਨਾ ਐਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਸ ਤਰੀਕੇ ਨਾਲ ਐਨਲਾਈਜ਼ ਨਹੀਂ ਕਰ ਪਾਇਆ ਪੰਜਾਬ ਦੇ ਰਿਜ਼ਲਟਸ ਨੂੰ, ਉਹਨਾਂ ਨਤੀਜਿਆਂ ਨੂੰ, ਜੋ ਕਿ ਮਾਲਵੇ ਦੇ ਵਿੱਚ ਠੀਕ ਹੈ ਹਵਾ ਚੱਲ ਰਹੀ ਸੀ, ਆਲ ਓਵਰ ਪੰਜਾਬ ਆਮ ਆਦਮੀ ਪਾਰਟੀ ਦੀ ਜਿੱਤ ਹੋਈ, ਲੇਕਿਨ ਮਾਲਵੇ ਦੇ ਵਿੱਚ ਮੈਂ ਇਹ ਜ਼ਰੂਰ ਚਾਹਾਂਗਾ ਕਿ ਕੋਈ ਸਟੱਡੀ ਇਸ ਚੀਜ਼ ਨੂੰ ਸਮਝੇ ਕਿ ਡੇਰੇ ਸੱਚੇ ਸੌਦੇ ਦੀ ਵੋਟ ਦਰਅਸਲ 'ਚ ਪਈ ਕਿਸ ਨੂੰ ਸੀ ਜੀ, ਕਿਉਂਕਿ ਇਹ ਬੜਾ ਵੱਡਾ ਫੈਕਟਰ ਹੈ। ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ। ਉਹ ਵੋਟ ਕਿਸੇ ਅਜਿਹੀ ਪਾਰਟੀ ਨੂੰ ਪੈ ਕੇ ਖਰਾਬ ਹੋ ਗਈ, ਜਾਂ ਫਿਰ ਉਸ ਵੋਟ ਨੇ ਵੀ ਆਪਣਾ ਰੋਲ ਅਦਾ ਕੀਤਾ ਉਸ ਹਨੇਰੀ ਦੇ ਵਿੱਚ, ਜੋ ਕਿ ਇੱਕ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਮੂੰਹ ਜਾਂ ਸੱਤਾ ਦਾ ਰਸਤਾ ਪੰਜਾਬ 'ਚ ਵਿਖਾਉਂਦੀ ਹੈ। ਸੋ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਸਟੱਡੀ ਕਰਨ ਵਾਲੀਆਂ ਨੇ, ਐਗਜ਼ਾਮਿਨ ਕਰਨ ਵਾਲੀਆਂ ਨੇ। ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ।